मेरे प्यारे देशवासियों, नमस्कार। नए विषयों के साथ, नए प्रेरक उदाहरणों के साथ, नए नए संदेशों को समेटते हुए एक बार फिर मैं आपसे मन की बात करने आया। ਕੀ ਹਾਲਾਤ ਹੈ ਇੰਡਸਟਰੀ ਦੇ ਔਰ ਇੰਡਸਟਰੀ ਇਹੋ ਜਿਹੀ ਇੱਕ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਮਨ ਕੀ ਬਾਤ ਇੰਡਸਟਰੀ ਕੇ ਸਾਥ। ਅੱਜ ਜੋ ਇੰਡਸਟਰੀ ਦੇ ਹਾਲਾਤ ਨੇ ਇਹਨਾਂ ਨੂੰ ਦੇਖਦੇ ਹੋਏ ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਆ ਵੀ ਅੱਜ ਮਨ ਕੀ ਬਾਤ ਇੰਡਸਟਰੀ ਕੇ ਸਾਥ ਹੋਣੀ ਚਾਹੀਦੀ ਆ। ਕਿਉਂਕਿ ਮੋਦੀ ਸਾਹਿਬ ਨੇ ਇੱਕ ਨਾਰਾ ਦਿੱਤਾ ਆ, ਮੇਕ ਇਨ ਇੰਡੀਆ ਐਂਡ ਮੇਡ ਇਨ ਇੰਡੀਆ। ਔਰ ਦੂਸਰੇ ਪਾਸੇ ਉਹ ਇਹ ਕਹਿ ਰਹੇ ਨੇ ਵੀ ਮੈਂ ਇੱਥੇ ਦੀ ਜਿਹੜੀ ਇਕੋਨਮੀ ਆ, ਜਿਹੜੀ ਇਹ ਟ੍ਰੇਡ ਵਾਲੀ ਆ, ਇਹਨੂੰ ਮੈਂ ਇੰਨਾ ਉੱਪਰ ਲੈ ਕੇ ਜਾਣਾ ਚਾਹੁੰਦਾ ਤਾਂ ਕਿ ਵਰਲਡ ਦੇ ਵਿੱਚ ਹਿੰਦੁਸਤਾਨ ਨੂੰ ਇੱਕ ਐਸਾ ਮੁਕਾਮ ਮਿਲੇ ਵੀ ਅਗਲੇ ਕਹਿਣ ਕਿ ਇੰਡੀਆ ਦੀ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਬਹੁਤ ਵਧੀਆ ਕੰਮ ਕਰ ਰਹੀ ਹੈ। ਔਰ ਇਹ ਮਨ ਕੀ ਬਾਤ ਪ੍ਰਧਾਨ ਮੰਤਰੀ ਜੀ ਕੇ ਸਾਥ ਇੰਡਸਟਰੀ ਦੀ ਹੋਵੇ ਤੇ ਅਸੀਂ ਆਪਣੇ ਜਿਹੜੇ ਪ੍ਰੋਬਲਮਸ ਉਹਨਾਂ ਨੂੰ ਦਸੀਏ ਔਰ ਉਹ ਉਹਨਾਂ ਦਾ ਜਲਦੀ ਤੋਂ ਜਲਦੀ ਨਿਜਾਤ ਕਰਨ ਬਾਰੇ ਸੋਚਾਂ। ਅੱਜ ਸਾਈਕਲ ਟ੍ਰੇਡ ਜਾਂ ਸਾਈਕਲ ਦੇ ਡਿਜ਼ਾਈਨ ਜਿਹੜੇ ਆ ਇੰਨੇ ਕੁ ਜ਼ਿਆਦਾ ਐਡਵਾਂਸ ਹੋ ਗਏ ਆ, ਇੰਨੇ ਕੁ ਉਹ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਆ, ਸਾਡੇ ਉਹਦੇ ਨਾਲ ਦੀ ਟੈਕਨੋਲੋਜੀ ਹੈ ਨਹੀਂ। ਜੇ ਹਾਈ ਐਂਡ ਸਾਈਕਲ ਅਸੀਂ ਬਣਾਉਂਦੇ ਵੀ ਹਾਂ ਤੇ ਸਾਡੇ ਹਾਈ ਐਂਡ ਸਾਈਕਲ 15, 20 ਜਾਂ 25 ਹਜ਼ਾਰ ਤੋਂ ਉੱਤੇ ਕੋਈ ਵੀ ਨਹੀਂ ਹੈ। ਜਦ ਕਿ ਫੋਰਨ ਦੇ ਵਿੱਚ 10-10 ਲੱਖ 15-15 ਲੱਖ ਰੁਪਏ ਦਾ ਸਾਈਕਲ ਹੈਗਾ ਜਿਹੜਾ ਬਣਾਉਂਦਾ, ਔਰ ਉਹ ਇੰਨੇ ਵਧੀਆ ਕਾਰਬਨ ਫਾਈਬਰ ਦੇ ਆ, ਐਲੂਮੀਨੀਅਮ ਦੇ ਉਹਨਾਂ ਦੇ ਆ, ਬਾਕੀ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀਆਂ ਇੰਨੀ ਐਡਵਾਂਸ ਟੈਕਨੋਲੋਜੀ ਆ, ਅਸੀਂ ਉਹ ਦੇਖ ਹੀ ਨਹੀਂ ਸਕਦੇ। ਅਸੀਂ ਜਿਹੜੇ ਆ ਵੀ ਸਾਈਕਲ ਬਣਾਉਂਦੇ ਆ 15-20 ਹਜ਼ਾਰ ਵਾਲੇ ਜਿਹੜੇ ਆ, ਉਹਦੇ ਵਾਸਤੇ ਵੀ ਜਿਹੜੇ ਸਾਨੂੰ ਪਾਰਟਸ ਚਾਹੀਦੇ ਆ, ਮੋਸਟ ਆਫ ਦੀ ਪਾਰਟਸ ਉਹ ਬੰਦੇ ਸਾਰੇ ਚਾਈਨਾ ਤੋਂ ਇੰਪੋਰਟ ਕਰਕੇ ਲਾ ਰਹੇ ਆ। ਤੇ ਕਿਉਂ ਨਾ ਇਸ ਚੀਜ਼ ਨੂੰ ਦੇਖਿਆ ਜਾਵੇ ਵੀ ਇੱਕ ਸਾਡੀ ਇੰਡਸਟਰੀ, ਜੇ ਅਸੀਂ ਮੇਕ ਇਨ ਇੰਡੀਆ ਅਤੇ ਮੇਡ ਇਨ ਇੰਡੀਆ ਬਣਾਉਣਾ ਤਾਂ ਪ੍ਰਧਾਨ ਮੰਤਰੀ ਜੀ ਤੁਸੀਂ ਇਸ ਇੰਡਸਟਰੀ ਬਾਰੇ ਸੋਚੋ ਤਾਂ ਕਿ ਅਸੀਂ ਦੁਨੀਆ ਦੇ ਸੈਕੰਡ ਨੰਬਰ 'ਤੇ ਸਾਡੀ ਕੰਟਰੀ ਹੈਗੀ ਜਿਹੜੀ ਸਾਈਕਲ ਐਂਡ ਸਾਈਕਲ ਪਾਰਟ ਪ੍ਰੋਡਿਊਸ ਕਰਦੀ ਹੈ। ਪਰ ਦੇਰ ਇਜ਼ ਅ ਹਿਊਜ ਡਿਫਰੈਂਸ। ਜਿੱਥੇ ਉਹ ਬਣਾਉਂਦੇ ਅਸੀਂ ਉਹਨਾਂ ਦਾ 15% ਵੀ ਨਹੀਂ ਪ੍ਰੋਡਕਸ਼ਨ ਸਾਡੀ ਜਿੰਨੀ ਚਾਈਨਾ ਦੀ ਪ੍ਰੋਡਕਸ਼ਨ ਆ। ਅਤੇ ਜੇ ਤੁਸੀਂ ਕਹੋਗੇ ਵੀ ਅਸੀਂ ਮਾਲ ਬਣਾ ਕੇ ਅਸੀਂ ਵਰਲਡ ਦੇ ਵਿੱਚ ਦੇਣਾ ਤਾਂ ਸਾਨੂੰ ਅੱਜ ਨਵੀਂ ਟੈਕਨੋਲੋਜੀ ਚਾਹੀਦੀ ਹੈ। ਨਵੀਂ ਟੈਕਨੋਲੋਜੀ ਵਾਸਤੇ ਸਾਨੂੰ ਮਦਰ ਮਸ਼ੀਨਰੀ ਉੱਦਾਂ ਦੀ ਚਾਹੀਦੀ ਆ। ਮਦਰ ਮਸ਼ੀਨਰੀ ਲਿਆਉਣ ਵਾਸਤੇ ਸਾਨੂੰ ਜੇ ਇੰਨਾ ਹੀ ਕਸਟਮ ਡਿਊਟੀ ਲੱਗੇਗੀ, ਉਹਦੇ 'ਤੇ ਸਾਰਾ ਕੁਝ ਹੋਏਗਾ, ਅਤੇ ਇਹ ਜਿਹੜੀ MSME ਸੈਕਟਰ ਆ ਇਹਦੇ ਵਾਸਤੇ ਉਹ ਵਾਈਬਲ ਨਹੀਂ ਰਹਿੰਦੀ। ਸਰਕਾਰ ਨੂੰ ਅਪੀਲ ਕਰਦੇ ਹਾਂ, ਪ੍ਰਧਾਨ ਮੰਤਰੀ ਜੀ ਤੁਸੀਂ ਮਨ ਕੀ ਬਾਤ ਇੰਡਸਟਰੀ ਕੇ ਸਾਥ ਇੱਕ ਸ਼ੁਰੂ ਕਰੋ, ਇੰਡਸਟਰੀਲਿਸਟਾਂ ਨੂੰ ਬਣਾਓ, ਇੱਕ ਟ੍ਰੇਡ ਦੇ ਬੰਦੇ ਜਿਹੜੇ ਆ ਉਹਨਾਂ ਦੀਆਂ ਮੀਟਿੰਗਾਂ ਕਰੋ, ਆਪ ਉਹਦਾ ਨੇਤਰਤਵ ਕਰੋ ਤੁਸੀਂ। ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਦੋਸਤੋ, ਲੁਧਿਆਣਾ ਸ਼ਹਿਰ ਜਿਹੜਾ ਕਿ ਇੱਕ ਸਨਅਤਕਾਰੀ ਸ਼ਹਿਰ ਹੈ ਔਰ ਸਨਅਤਕਾਰੀ ਸ਼ਹਿਰ ਦੀ ਇੰਡਸਟਰੀ ਦਾ ਪੂਰੇ ਦੇਸ਼ ਦੀ ਇੰਡਸਟਰੀ ਦੇ ਵਿੱਚ ਇੱਕ ਖਾਸ ਯੋਗਦਾਨ ਰਿਹਾ। ਇੰਜੀਨੀਅਰਿੰਗ ਹੋਵੇ ਜਾਂ MSME ਸੈਕਟਰ, ਇਸ ਸ਼ਹਿਰ ਨੂੰ ਮਾਨਚੈਸਟਰ ਦੀ ਉਪਾਧੀ ਮਿਲੀ ਇੱਥੇ ਦੇ ਕਾਰੋਬਾਰੀਆਂ ਕਰਕੇ। ਪਰ ਅੱਜ ਇੱਕ ਗਲੋਬਲਾਈਜੇਸ਼ਨ ਦੇ ਦੌਰ 'ਚ ਇੱਕ ਇਹੋ ਜਿਹਾ ਸਮਾਂ ਆ ਗਿਆ ਕਿ ਜਦੋਂ ਇੱਥੇ ਦਾ ਕਾਰੋਬਾਰੀ ਜਿਹੜਾ ਕਿ ਹਿੰਮਤੀ ਹੈ ਪਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਬੇਬਸ ਜਿਹਾ ਮਹਿਸੂਸ ਕਰ ਰਿਹਾ। ਸੋ ਇੱਕ ਇਹੋ ਜਿਹੇ ਪਲੇਟਫਾਰਮ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਇੱਕ ਉਪਰਾਲੇ ਨੂੰ ਜਿਹੜਾ ਮਨ ਕੀ ਬਾਤ ਹੈ, ਮਨ ਕੀ ਬਾਤ ਇੰਡਸਟਰੀ ਕੇ ਸਾਥ ਵਰਗਾ ਇੱਕ ਪਲੇਟਫਾਰਮ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਹ ਕਮੀ ਕਿਉਂ ਮਹਿਸੂਸ ਕੀਤੀ ਜਾ ਰਹੀ ਹੈ, ਕੀ ਰੀਜ਼ਨ ਹੈ, ਇਹ ਸਾਰੀਆਂ ਗੱਲਾਂ ਲਈ ਅਸੀਂ ਅੱਜ ਪਹੁੰਚੇ ਹਾਂ। ਅਵਤਾਰ ਸਿੰਘ ਭੋਗਲ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਖੁਦ ਇੱਕ ਬਹੁਤ ਵੱਡੇ ਇੰਡਸਟਰੀਲਿਸਟ ਹੈਗੇ ਹੈ, ਵਿਸ਼ਕਰਮਾ ਵੰਸ਼ੀ ਵੀ ਹੈ। ਸੋ ਇਹਨਾਂ ਦੇ ਹੋਰ ਬੜੇ ਸਾਰੇ ਇਹਨਾਂ ਦੀ ਖਾਸੀਅਤ ਹੈ, ਉਹ ਗੱਲਬਾਤ ਦੇ ਵਿੱਚ ਅਸੀਂ ਦੇਖਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਅੱਜ ਕੀ ਹਾਲਾਤ ਹੈ ਇੰਡਸਟਰੀ ਦੇ ਔਰ ਇੰਡਸਟਰੀ ਇਹੋ ਜਿਹੀ ਇੱਕ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਮਨ ਕੀ ਬਾਤ ਇੰਡਸਟਰੀ ਕੇ ਸਾਥ, ਇਹਦਾ ਕੀ ਕਹਿਣਾ? ਦੇਖੋ, ਜਦੋਂ ਦਾ
ਮੋਦੀ ਸਾਹਿਬ ਨੇ ਐਜ਼ ਏ ਪ੍ਰਾਈਮ ਮਿਨਿਸਟਰ ਇਸ ਦੁਨੀਆ ਆਪਣੇ ਹਿੰਦੁਸਤਾਨ ਦਾ ਬਾਗਡੋਰ ਸੰਭਾਲੀ ਹੈ। ਉਹਨਾਂ ਨੇ ਦੇਖਦੇ ਹੋਏ ਇੱਕ ਪ੍ਰੋਗਰਾਮ ਜਿੱਦਾਂ ਤੁਸੀਂ ਗੱਲ ਕੀਤੀ ਮਨ ਕੀ ਬਾਤ ਜੀ, ਉਹਦੇ ਵਿੱਚ ਆਮ ਪਬਲਿਕ ਦੇ ਨਾਲ ਆਪਣੀ ਗੱਲਬਾਤ ਕਰਦੇ ਆ ਔਰ ਪਬਲਿਕ ਤੋਂ ਸੁਝਾਅ ਵੀ ਮੰਗਦੇ ਆ ਵੀ ਤੁਸੀਂ ਜੀ, ਦੱਸੋ ਮੈਨੂੰ ਤੁਹਾਨੂੰ ਕੀ ਚਾਹੀਦਾ ਜਾਂ ਕਿੱਦਾਂ ਹੈ ਜਾਂ ਕਿੱਥੇ ਕੀ ਪ੍ਰੋਬਲਮ ਚੱਲਦੀ ਹੈ ਔਰ ਉਹਨਾਂ ਚੀਜ਼ਾਂ ਨੂੰ ਉਹ ਫਿਰ ਆਪਣੇ ਉਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ ਅਤੇ ਨਾਲੇ ਉਹਦੀ ਕੋਈ ਨਿਜਾਤ ਕਰਨ ਦੇ ਬਾਰੇ ਸੋਚਦੇ ਆ। ਪਰ ਅੱਜ ਜੋ ਇੰਡਸਟਰੀ ਦੇ ਹਾਲਾਤ ਨੇ ਇਹਨਾਂ ਨੂੰ ਦੇਖਦੇ ਹੋਏ ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਆ ਵੀ ਅੱਜ ਮਨ ਕੀ ਬਾਤ ਇੰਡਸਟਰੀ ਕੇ ਸਾਥ ਹੋਣੀ ਚਾਹੀਦੀ ਆ ਕਿਉਂਕਿ ਮੋਦੀ ਸਾਹਿਬ ਨੇ ਇੱਕ ਨਾਰਾ ਦਿੱਤਾ ਆ ਮੇਕ ਇਨ ਇੰਡੀਆ ਐਂਡ ਮੇਡ ਇਨ ਇੰਡੀਆ ਜੀ, ਔਰ ਦੂਸਰੇ ਪਾਸੇ ਉਹ ਇਹ ਕਹਿ ਰਹੇ ਨੇ ਵੀ ਮੈਂ ਇੱਥੇ ਦੀ ਜਿਹੜੀ ਇਕੋਨਮੀ ਆ ਜਿਹੜੀ ਇਹ ਟ੍ਰੇਡ ਵਾਲੀ ਆ ਇਹਨੂੰ ਮੈਂ ਇੰਨਾ ਉੱਪਰ ਲੈ ਕੇ ਜਾਣਾ ਚਾਹੁੰਦਾ ਤਾਂ ਕਿ ਵਰਲਡ ਦੇ ਵਿੱਚ ਹਿੰਦੁਸਤਾਨ ਨੂੰ ਇੱਕ ਐਸਾ ਮੁਕਾਮ ਮਿਲੇ ਵੀ ਅਗਲੇ ਕਹਿਣ ਵੀ ਇੰਡੀਆ ਦੀ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਬਹੁਤ ਵਧੀਆ ਚੀਜ਼ਾਂ ਬਣਾ ਰਹੀ ਹੈ। ਇਹ ਚੀਜ਼ਾਂ ਨੂੰ ਸਾਰੀਆਂ ਨੂੰ ਜੇ ਆਪਾਂ ਦੇਖਣਾ ਜਾਂ ਆਪਾਂ ਕਰਨਾ ਆ ਅਤੇ ਉਹਦੇ ਵਾਸਤੇ ਸਾਨੂੰ ਮਨ ਕੀ ਬਾਤ ਪ੍ਰਧਾਨ ਮੰਤਰੀ ਜੀ ਦੇ ਨਾਲ ਕਰਨੀ ਪੈਣੀ ਆ ਕਿਉਂਕਿ ਜਿੰਨੇ ਸਾਡੇ ਪ੍ਰੋਬਲਮਸ ਹੈਗੀਆਂ ਜੇ ਅਸੀਂ ਸਟੇਟ ਲੈਵਲ 'ਤੇ ਜਾਂ ਅਸੀਂ ਸੈਂਟਰ ਲੈਵਲ 'ਤੇ ਵੀ ਜੇ ਮਿਨਿਸਟਰ ਸਾਹਿਬਾਨ ਨੂੰ ਜਾ ਕੇ ਮਿਲਦੇ ਹਾਂ ਜਾਂ ਉਹਨਾਂ ਨਾਲ ਆਪਣੀ ਗੱਲਬਾਤ ਦੱਸਦੇ ਹਾਂ ਵੀ ਆਹ ਸਾਡੀਆਂ ਪ੍ਰੋਬਲਮਸ ਹੈਗੀਆਂ ਤੁਸੀਂ ਇਹਦੇ ਬਾਰੇ ਕੁਝ ਸੋਚੋ ਤਾਂ ਕਿ ਆਪਣੀ ਜਿਹੜੀ ਇੰਡਸਟਰੀ ਹੈ ਇਹ ਅੱਗੇ ਵੱਧ ਸਕੇ ਕਿਉਂਕਿ ਹਿੰਦੁਸਤਾਨ ਦੇ ਵਿੱਚ 90% ਜਿਹੜੀ ਇੰਡਸਟਰੀ ਆ ਉਹ MSME ਸੈਕਟਰ ਹੈ ਔਰ MSME ਸੈਕਟਰ ਜਿਹੜਾ ਹੈ ਇਹੀ ਜਦੋਂ ਛੋਟੇ ਛੋਟੇ ਪਾਰਟਸ ਬਣਾ ਕੇ ਵੱਡੀਆਂ ਕੰਪਨੀਆਂ ਨੂੰ ਦਿੰਦੇ ਆ ਅਤੇ ਉਹ ਵੱਡੀਆਂ ਕੰਪਨੀਆਂ ਚੱਲਦੀਆਂ। ਅੱਜ ਆਪਾਂ ਕੋਈ ਵੀ ਕਾਰ ਕੰਪਨੀ ਲੈ ਲਈਏ ਕੋਈ ਵੀ ਦੂਸਰੀ ਚੀਜ਼ ਲੈ ਲਈਏ ਜਿਹੜੀਆਂ ਵੱਡੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਇੰਨੇ ਪਾਰਟਸ ਇੱਥੋਂ ਬਣ ਕੇ ਜਿਹੜੇ ਜਾ ਰਹੇ ਨੇ ਤਾਂ ਉਹ ਆਪਣੀ ਉਹ ਚੀਜ਼ ਪ੍ਰੋਡਕਟ ਵੱਡੀ ਹੈ ਜਿਹੜੀ ਮੇਨ ਉਹਨੂੰ ਬਣਾ ਕੇ ਦਿੰਦੇ ਨੇ। ਅਤੇ ਜੇ ਇਸ ਇੰਡਸਟਰੀ ਦਾ ਹਾਲਤ ਡੇ ਬਾਈ ਡੇ ਥੱਲੇ ਜਾਈ ਜਾਏਗੀ ਅਤੇ ਇਸ ਇੰਡਸਟਰੀ ਨੂੰ ਬਚਣ ਦੇ ਕੋਈ ਚਾਂਸ ਨਹੀਂ ਰਹਿਣਗੇ। ਇਸੇ ਕਰਕੇ ਇਹ ਇੱਕ ਐਸਾ ਉਪਰਾਲਾ ਤੁਸੀਂ ਜਿਹੜਾ ਕਹਿੰਦੇ ਕਰ ਰਹੇ ਹਾਂ ਵੀ ਮਨ ਕੀ ਬਾਤ ਪ੍ਰਧਾਨ ਮੰਤਰੀ ਜੀ ਕੇ ਸਾਥ ਇੰਡਸਟਰੀ ਦੀ ਹੋਵੇ ਅਤੇ ਅਸੀਂ ਆਪਣੇ ਜਿਹੜੇ ਪ੍ਰੋਬਲਮ ਉਹਨਾਂ ਨੂੰ ਦੱਸੀਏ ਔਰ ਉਹ ਉਹਨਾਂ ਦਾ ਜਲਦੀ ਤੋਂ ਜਲਦੀ ਨਿਜਾਤ ਕਰਨ ਬਾਰੇ ਸੋਚਾਂ। ਸਾਈਕਲ ਅਵਤਾਰ ਜੀ ਥੋੜੀ ਜਿਹੀ ਗੱਲ ਪੁੱਛਣਾ ਚਾਹਾਂਗਾ ਕਿ ਵਿੱਚ ਹੋਰ ਵੀ ਬਹੁਤ ਸਾਰੇ ਜਨ ਪ੍ਰਤੀਨਿਧੀ ਹੈਗੇ ਆ ਸਿੱਧਾ ਪ੍ਰਧਾਨ ਮੰਤਰੀ ਸਾਹਿਬ ਨਾਲ ਹੀ ਕਿਉਂ ਕਿਤੇ ਨਾ ਕਿਤੇ ਇਹਦਾ ਮਤਲਬ ਇਹ ਸਮਝਿਆ ਜਾਏ ਕਿ ਜਿਹੜੇ ਜਨ ਪ੍ਰਤੀਨਿਧੀ ਹੈ ਉਹ ਇੰਡਸਟਰੀ ਦੀ ਜਿਹੜੀ ਗੱਲ ਹੈ ਦਿਲ ਦੇ ਜਿਹੜੇ ਭਾਵ ਹੈ ਜਾਂ ਭਾਵੁਕਤਾ ਹੈਗੀ ਹੈ ਜਾਂ ਜੋ ਦਰਦ ਨੂੰ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਤੱਕ ਐਜ਼ ਇਟ ਇਜ਼ ਨਹੀਂ ਪਹੁੰਚਾ ਪਾ ਰਹੇ। ਦੇਖੋ ਇਹ ਹੁੰਦਾ ਵੀ ਆ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਇੱਕ ਕੋਈ ਲੋਹੇ ਦਾ ਮੰਤਰੀ ਹੈ ਇੱਕ ਕੋਈ ਬਿਜਲੀ ਦੇ ਨਾਲ ਆ ਇੱਕ ਕੋਈ GST ਦੇ ਨਾਲ ਕੰਸਰਨ ਹੈ ਸਾਰੇ ਅਲੱਗ-ਅਲੱਗ ਡਿਪਾਰਟਮੈਂਟਾਂ ਜਿਹੜੇ ਹੈਗੇ ਉਹ ਆਪਣੇ ਨੂੰ ਦੇਖਦੇ ਹੁੰਦੇ ਆ ਪਰ ਪ੍ਰਧਾਨ ਮੰਤਰੀ ਜੀ ਦੇ ਵਿੱਚ ਜਿੱਦਾਂ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਉਹਨਾਂ ਦੇ ਅੰਡਰ ਤਾਂ ਸਾਰੇ ਹੀ ਮੰਤਰੀ ਨੇ ਕਿਉਂਕਿ ਉਹ ਸਾਰਿਆਂ ਦਾ ਇੱਕ ਰਿਪਰੈਜ਼ੈਂਟੇਟਿਵ ਜਿਹੜੇ ਮੇਨ ਹੈਗੇ ਆ ਉਹ ਹੈਗੇ ਆ। ਦਰਖਤ ਦੀ ਜਿਹੜੀ ਜੜ੍ਹ ਹੈ ਉਹ ਹੈ ਪ੍ਰਧਾਨ ਮੰਤਰੀ ਬਾਕੀ ਉਹਦੇ ਸਾਰੇ ਬੂਟੇ ਨੇ ਉਹਦੇ ਤੋਂ ਅੱਗੇ ਫਲ ਲੱਗਦੇ ਆ ਅਲੱਗ-ਅਲੱਗ ਸ਼ਾਖਾਵਾਂ ਨੇ। ਜੇ ਬੂਟੇ ਦੀ ਜੜ੍ਹ ਜਿਹੜੀ ਮਜ਼ਬੂਤ ਹੋਏਗੀ ਜੇ ਪ੍ਰਧਾਨ ਮੰਤਰੀ ਜੀ ਉਹਨੂੰ ਸੋਚਣਗੇ ਵੀ ਇਹ ਚੀਜ਼ ਆਪਾਂ ਨੂੰ ਕਰਨੀ ਹੈ ਤਾਂ ਬੂਟਾ ਹਰਾ ਰਹਿ ਸਕਦਾ। ਅੱਜ ਜੋ ਸਾਈਕਲ ਟ੍ਰੇਡ ਜਿਹਦੇ ਨਾਲ ਅਸੀਂ ਕੰਸਰਨਡ ਹੈਗੇ ਹਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਸਾਡੀ ਕੰਪਨੀ ਜਿਹੜੀ ਆ 1937 ਦੀ ਲੱਗੀ ਹੋਈ ਹੈ ਇਸ ਕੰਪਨੀ ਦੇ ਵਿੱਚ ਔਰ ਪਹਿਲੀ ਕੰਪਨੀ ਆ ਜਿਹੜੀ ਸਾਈਕਲ ਪਾਰਟਸ ਬਣਾਉਂਦੀ ਸੀ ਔਰ ਪਹਿਲੀ ਕੰਪਨੀ ਆ ਜਿਹਨੇ 1962 ਦੇ ਵਿੱਚ ਸਾਈਕਲ ਪਾਰਟਸ ਐਕਸਪੋਰਟ ਕਰਨੇ ਸ਼ੁਰੂ ਕੀਤੇ ਸੀ ਸਾਰੇ ਯੂਰਪੀਅਨ ਕੰਟਰੀਜ਼ ਨੂੰ ਔਰ ਉਹ ਟਾਈਮ ਐਸਾ ਸੀ ਵੀ ਹਿੰਦੁਸਤਾਨ ਦੀਆਂ ਬਹੁਤ ਕੰਪਨੀਆਂ ਜਿਹੜੀਆਂ ਲੁਧਿਆਣੇ ਕਿਉਂਕਿ ਲੁਧਿਆਣਾ ਜਿਹੜਾ ਸਾਈਕਲ ਦਾ ਟ੍ਰੇਡ ਹੈ ਇੱਥੇ 99% ਸਾਈਕਲ ਪਾਰਟਸ ਅਤੇ ਸਾਈਕਲ ਜਿਹੜਾ ਲੁਧਿਆਣੇ 'ਚ ਬਣਦਾ ਸਿਰਫ 1 ਜਾਂ 2% ਜਿਹੜੇ ਲੁਧਿਆਣੇ ਤੋਂ ਕੁਝ ਪਾਰਟਸ ਬਾਹਰ ਬਣਦੇ ਆ। ਉਹ ਕੰਪਨੀਆਂ ਜਿਹੜੀਆਂ ਇੰਨਾ ਮਾਲ ਯੂਰਪੀਅਨ ਕੰਟਰੀਜ਼ ਨੂੰ ਭੇਜਦੀਆਂ ਸੀਗੀਆਂ ਅੱਜ ਦੀ ਸਿਚੁਏਸ਼ਨ ਇਹ ਹੋਈ ਆ ਵੀ ਸਾਡਾ ਸਾਈਕਲ ਪਾਰਟਸ ਸਵਾਏ ਜਿਹੜੀਆਂ ਡਿਵੈਲਪ ਹੋ ਰਹੀਆਂ ਕੰਟਰੀਜ਼ ਆ ਜਿਹੜੀਆਂ ਸਾਡੇ ਨਾਲੋਂ ਵੀ ਹਾਲੇ ਬਹੁਤ ਬੈਕਵਰਡ ਕੰਟਰੀਜ਼ ਨੇ ਉਹਨਾਂ ਕੰਟਰੀਜ਼ ਨੂੰ ਅਫਰੀਕਨ ਕੰਟਰੀਜ਼ ਜਿੱਥੇ ਬਹੁਤ ਔਖਾ ਆ ਰਹਿਣਾ ਉੱਦਾਂ ਦੀਆਂ ਕੰਟਰੀਜ਼ ਨੂੰ ਜਾਂ ਮਾਲ ਜਾਂਦਾ ਪਿਆ ਯੂਰਪੀਅਨ ਕੰਟਰੀਜ਼ ਦੇ ਵਿੱਚੋਂ ਸਾਡੇ ਮਾਲ ਦੇ ਜਾਂ ਸਾਡੇ ਜਿਹੜੇ ਐਕਸਪੋਰਟਰ ਸੀਗੇ
ਉਹ ਚਾਈਨਾ ਨੇ ਤਕਰੀਬਨ ਆਊਟ ਕਰ ਦਿੱਤੇ ਆ। ਮਤਲਬ ਤੁਹਾਡੇ ਕਹਿਣ ਦਾ ਮਤਲਬ ਆਪਾਂ ਦਿਲ ਨੂੰ ਤਸੱਲੀ ਦੇ ਰਹੇ ਹਾਂ ਕਿ ਆਪਾਂ ਐਕਸਪੋਰਟ ਕਰ ਰਹੇ ਹਾਂ, ਪਰ ਜੇ ਆਪਣਾ ਸ਼ੀਸ਼ੇ ਦੇ ਅੱਗੇ ਜਾ ਕੇ ਖੜੇ ਹੋਈਏ ਤੇ ਸ਼ਾਇਦ ਆਪਾਂ ਐਕਸਪੋਰਟ ਨਹੀਂ ਕਰ ਰਹੇ, ਅਸੀਂ ਬੈਕਵਰਡ ਜਿਹੜੇ ਸਾਡੇ ਤੋਂ ਵੀ ਪਿਛੜੇ ਰਹਿ ਗਏ ਆ, ਸਿਰਫ ਉੱਥੇ ਤੱਕ ਹੀ ਸੀਮਿਤ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਅੱਜ ਸਾਈਕਲ ਟ੍ਰੇਡ ਜਾਂ ਸਾਈਕਲ ਦੇ ਡਿਜ਼ਾਈਨ ਜਿਹੜੇ ਆ ਇੰਨੇ ਕੁ ਜ਼ਿਆਦਾ ਐਡਵਾਂਸ ਹੋ ਗਏ ਆ, ਇੰਨੇ ਕੁ ਉਹ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਆ, ਸਾਡੇ ਉਹਦੇ ਨਾਲ ਦੀ ਟੈਕਨੋਲੋਜੀ ਹੈ ਨਹੀਂ। ਜੇ ਹਾਈ ਐਂਡ ਸਾਈਕਲ ਅਸੀਂ ਬਣਾਉਂਦੇ ਵੀ ਹਾਂ ਤੇ ਸਾਡੇ ਹਾਈ ਐਂਡ ਸਾਈਕਲ 15, 20 ਜਾਂ 25 ਹਜ਼ਾਰ ਤੋਂ ਉੱਤੇ ਕੋਈ ਵੀ ਨਹੀਂ ਹੈ। ਜਦ ਕਿ ਫੋਰਨ ਦੇ ਵਿੱਚ 10-10 ਲੱਖ 15-15 ਲੱਖ ਰੁਪਏ ਦਾ ਸਾਈਕਲ ਹੈਗਾ ਜਿਹੜਾ ਬਣਾਉਂਦਾ, ਔਰ ਉਹ ਇੰਨੇ ਵਧੀਆ ਕਾਰਬਨ ਫਾਈਬਰ ਦੇ ਆ, ਐਲੂਮੀਨੀਅਮ ਦੇ ਉਹਨਾਂ ਦੇ ਬਾਕੀ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀਆਂ ਇੰਨੀ ਐਡਵਾਂਸ ਟੈਕਨੋਲੋਜੀ ਆ, ਅਸੀਂ ਉਹ ਦੇਖ ਹੀ ਨਹੀਂ ਸਕਦੇ। ਅਸੀਂ ਜਿਹੜੇ ਆ ਵੀ ਸਾਈਕਲ ਬਣਾਉਂਦੇ ਆ 15-20 ਹਜ਼ਾਰ ਵਾਲੇ ਜਿਹੜੇ ਆ, ਉਹਦੇ ਵਾਸਤੇ ਵੀ ਜਿਹੜੇ ਸਾਨੂੰ ਪਾਰਟਸ ਚਾਹੀਦੇ ਆ, ਮੋਸਟ ਆਫ ਦੀ ਪਾਰਟਸ ਉਹ ਬੰਦੇ ਸਾਰੇ ਚਾਈਨਾ ਤੋਂ ਇੰਪੋਰਟ ਕਰਕੇ ਲਾ ਰਹੇ ਆ। ਤੇ ਕਿਉਂ ਨਾ ਇਸ ਚੀਜ਼ ਨੂੰ ਦੇਖਿਆ ਜਾਵੇ ਵੀ ਇੱਕ ਸਾਡੀ ਇੰਡਸਟਰੀ, ਜੇ ਅਸੀਂ ਮੇਕ ਇਨ ਇੰਡੀਆ ਅਤੇ ਮੇਡ ਇਨ ਇੰਡੀਆ ਬਣਾਉਣਾ ਦਾ ਪ੍ਰਧਾਨ ਮੰਤਰੀ ਜੀ ਤੁਸੀਂ ਇਸ ਇੰਡਸਟਰੀ ਬਾਰੇ ਸੋਚੋ, ਤਾਂ ਕਿ ਅਸੀਂ ਦੁਨੀਆ ਦੇ ਸੈਕੰਡ ਨੰਬਰ 'ਤੇ ਸਾਡੀ ਕੰਟਰੀ ਹੈਗੀ ਜਿਹੜੀ ਸਾਈਕਲ ਐਂਡ ਸਾਈਕਲ ਪਾਰਟ ਪ੍ਰੋਡਿਊਸ ਕਰਦੀ ਹੈ। ਪਰ ਦੇਰ ਇਜ਼ ਅ ਹਿਊਜ ਡਿਫਰੈਂਸ, ਕਿੱਥੇ ਉਹ ਬਣਾਉਂਦੇ ਅਸੀਂ ਉਹਨਾਂ ਦਾ 15% ਵੀ ਨਹੀਂ ਪ੍ਰੋਡਕਸ਼ਨ ਸਾਡੀ ਜਿੰਨੀ ਚਾਈਨਾ ਦੀ ਪ੍ਰੋਡਕਸ਼ਨ ਆ। ਅਤੇ ਜੇ ਤੁਸੀਂ ਕਹੋਗੇ ਵੀ ਅਸੀਂ ਮਾਲ ਬਣਾ ਕੇ ਅਸੀਂ ਵਰਲਡ ਦੇ ਵਿੱਚ ਦੇਣਾ, ਤਾਂ ਸਾਨੂੰ ਅੱਜ ਨਵੀਂ ਟੈਕਨੋਲੋਜੀ ਚਾਹੀਦੀ ਆ। ਨਵੀਂ ਟੈਕਨੋਲੋਜੀ ਵਾਸਤੇ ਸਾਨੂੰ ਮਦਰ ਮਸ਼ੀਨਰੀ ਉੱਦਾਂ ਦੀ ਚਾਹੀਦੀ ਆ। ਮਦਰ ਮਸ਼ੀਨਰੀ ਲਿਆਉਣ ਵਾਸਤੇ ਸਾਨੂੰ ਜੇ ਇੰਨਾ ਹੀ ਕਸਟਮ ਡਿਊਟੀ ਲੱਗੇਗੀ, ਉਹਦੇ 'ਤੇ ਸਾਰਾ ਕੁਝ ਹੋਏਗਾ, ਅਤੇ ਇਹ ਜਿਹੜੀ MSME ਸੈਕਟਰ ਆ ਇਹਦੇ ਵਾਸਤੇ ਉਹ ਵਾਈਬਲ ਨਹੀਂ ਰਹਿੰਦੀ। ਇਸ ਕਰਕੇ ਇਹਦੇ ਵਿੱਚ ਤੁਹਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਮਦਰ ਮਸ਼ੀਨਰੀ ਲਿਆਉਣ ਵਾਸਤੇ ਕਿਸੇ ਸੈਕਟਰ ਨੂੰ ਜੇ ਅਸੀਂ ਡਿਵੈਲਪ ਕਰਾਉਣਾ ਚਾਹੁੰਦੇ ਹਾਂ, ਅਸੀਂ ਉਹਨੂੰ ਮਾਰਕੀਟ ਇੰਟਰਨੈਸ਼ਨਲ ਮਾਰਕੀਟ ਕੈਪਚਰ ਕਰਨੀ ਚਾਹੁੰਦੇ ਹਾਂ, ਅਤੇ ਉਹਨੂੰ ਤੁਸੀਂ ਸਪੈਸ਼ਲ ਫੈਸਿਲਿਟੀ ਦਿਓ ਤਾਂ ਕਿ ਉਹ ਆਪਣਾ ਮਸ਼ੀਨਰੀ ਉੱਦਾਂ ਦੀ ਮੰਗਵਾਉਣ ਔਰ ਵਰਲਡ ਦੇ ਨਾਲ ਕਰਨ। ਦੂਜੇ ਪਾਸੇ ਜਦੋਂ ਅਸੀਂ ਚਾਈਨਾ ਤੋਂ ਮਾਲ ਜਿਹੜੇ ਆ ਰਹੇ ਆ, ਤੁਸੀਂ ਇਹ ਦੇਖੋਗੇ ਵੀ ਜਿਹੜੀ ਪ੍ਰੋਡਕਟ ਸਾਡੇ ਇੱਥੇ ਕੰਟਰੀ ਦੇ ਵਿੱਚ ਜੇ ਕਾਸਟ ਆਫ ਉਸ ਮਟੀਰੀਅਲ ਦੀ ਜਿਹਦਾ ਅਸੀਂ ਉਹ ਪਾਰਟ ਬਣਾਉਣਾ ਆ, ਉਹ 50 ਰੁਪਈਏ ਦਾ ਮਟੀਰੀਅਲ ਲੱਗਦਾ ਉਹਦੇ 'ਤੇ, ਫਿਰ ਉਹਦੇ 'ਤੇ ਅਸੀਂ ਲੇਬਰ ਕਰਨੀ ਆ, ਉਹਨੂੰ ਬਣਾਉਣਾ ਆ, ਫਿਨਿਸ਼ ਕਰਕੇ ਪੈਕ ਕਰਕੇ ਜੇ ਅਸੀਂ 60 ਰੁਪਏ ਜਾਂ 70 ਰੁਪਏ ਦਾ ਅਸੀਂ ਵੇਚਣਾ ਆ, ਅਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਚਾਈਨਾ ਤੋਂ ਉਹੀ ਪਾਰਟ 30 ਰੁਪਈਏ ਦੇ ਵਿੱਚ ਫਿਨਿਸ਼ ਹੋ ਕੇ ਤੁਹਾਡੀ ਕੰਟਰੀ 'ਚ ਆ ਕੇ ਵਿਕ ਰਿਹਾ। ਕਿੱਦਾਂ ਵਿਕ ਰਿਹਾ? ਤੁਹਾਡੇ ਅੰਦਰ ਰॉ ਮਟੀਰੀਅਲ ਹੀ 50 ਰੁਪਏ ਦਾ ਲੱਗਦਾ ਪਿਆ, ਉਹਨੂੰ ਤੇ ਬਾਕੀ ਪ੍ਰੋਸੈਸ ਹੋਣੇ ਆ, ਉਹ ਫਿਨਿਸ਼ ਗੁੱਡ ਤੁਹਾਡੇ 30 ਅੰਦਰ ਦੇ ਰਿਹਾ। ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ ਅਸੀਂ ਜਿੱਦਾਂ ਸਾਡਾ ਸਵਿਸ ਬੈਂਕਾਂ ਦੇ ਵਿੱਚ ਪੈਸਾ ਪਿਆ ਅਸੀਂ ਉਹਨੂੰ ਲਿਆਉਣਾ ਚਾਹੁੰਦੇ ਹਾਂ, ਬਲੈਕ ਮਨੀ ਨੂੰ, ਅਤੇ ਦੂਜੇ ਪਾਸੇ ਅੱਜ ਜੇ 30 ਰੁਪਈਏ ਦੀ ਉਹ ਚੀਜ਼ ਇੱਥੇ ਵਿਕ ਰਹੀ ਆ, ਬੰਦਾ ਵੇਚ ਰਿਹਾ, ਇਟ ਮੀਨਸ ਉਹਨੇ 25 ਰੁਪਏ ਦੀ ਜਾਂ 28 ਰੁਪਏ ਦੀ ਮੰਗਵਾਈ ਆ, ਅਤੇ ਉਹਦੀ ਕਾਸਟ ਤਾਂ ਇੰਨੀ ਨਹੀਂ ਹੋ ਸਕਦੀ। ਇਟ ਮੀਨਸ ਉਹ ਪੈਸਾ ਕਿੱਦਾਂ ਦੇ ਰਿਹਾ, ਕਿੱਦਾਂ ਜਾ ਰਿਹਾ, ਕਿਉਂ ਆ ਰਿਹਾ, ਲੋ ਬਿਲਿੰਗ ਕਿਉਂ ਆ ਰਹੀ ਹੈ ਥੱਲੇ। ਆਮ ਇਹ ਪ੍ਰਚਲਿਤ ਚੱਲ ਰਿਹਾ ਵੀ ਚਾਈਨਾ ਤੋਂ ਜਿੰਨਾ ਮਾਲ ਆ ਰਿਹਾ, ਚਾਹੇ ਉਹ ਗੁਡਸ ਨੇ, ਚਾਹੇ ਉਹ ਟੋਇਜ਼ ਨੇ, ਚਾਹੇ ਉਹ ਕੁਛ ਵੀ ਹੈਗਾ, ਚਾਹੇ ਉਹ ਕੱਪੜਾ ਹੈਗਾ, ਸਾਰੀਆਂ ਚੀਜ਼ਾਂ ਦੀ 30 ਤੋਂ 40% ਦੀ ਬਿਲਿੰਗ ਹੋ ਕੇ ਆ ਰਹੀ ਆ। ਸਰਕਾਰ ਦਾ ਜਿਹੜਾ ਕਸਟਮ ਡਿਊਟੀ ਹੈ ਉਹ 60% ਜਿਹੜੀ ਜਾ ਰਹੀ ਹੈ ਉਹਨੂੰ ਮਿਲਦੀ ਨਹੀਂ ਪਈ। ਦੂਜੇ ਪਾਸੇ ਲੋਕਲ ਇੰਡਸਟਰੀ ਜਿਹੜੀ ਉਹ ਬੰਦ ਹੋ ਰਹੀ ਹੈ, MSME ਸੈਕਟਰ ਬੰਦ ਹੋਈ ਜਾ ਰਿਹਾ। ਉਹ ਜਦੋਂ ਬੰਦ ਹੋ ਜਾਏਗਾ ਤਾਂ ਜਿਹੜਾ ਉਹਦੇ ਤੋਂ ਰੈਵਨਿਊ ਸਰਕਾਰ ਨੂੰ ਜਾਂਦਾ ਜਾਂ ਜਿਹੜੇ ਬੰਦਿਆਂ ਨੂੰ ਉਹ ਅਨਪਲੋਇਮੈਂਟ ਦਿੰਦੇ ਪਏ ਆ ਉਹ ਵੀ ਬੰਦ ਹੋ ਜਾਏਗੀ। ਇਹਨਾਂ ਚੀਜ਼ਾਂ ਨੂੰ ਅਸੀਂ ਦੇਖ ਕੇ ਸਰਕਾਰ ਨੂੰ ਅਪੀਲ ਕਰਦੇ ਹਾਂ, ਪ੍ਰਧਾਨ ਮੰਤਰੀ ਜੀ ਤੁਸੀਂ ਮਨ ਕੀ ਬਾਤ ਇੰਡਸਟਰੀ ਕੇ ਸਾਥ ਇੱਕ ਸ਼ੁਰੂ ਕਰੋ, ਇੰਡਸਟਰੀਲਿਸਟਾਂ ਨੂੰ ਬਣਾਓ, ਇੱਕ ਇੱਕ ਟ੍ਰੇਡ ਦੇ ਬੰਦੇ ਜਿਹੜੇ ਆ ਉਹਨਾਂ ਦੀਆਂ ਮੀਟਿੰਗਾਂ ਕਰੋ, ਆਪ ਉਹਦਾ ਨੇਤਰਤਵ ਕਰੋ। ਤੁਸੀਂ ਤੁਹਾਡੇ ਜਿਹੜੇ ਬਾਕੀ ਮੰਤਰੀ ਨੇ ਉਹ ਉੱਥੇ ਬੈਠੇ ਹੋਣ, ਤੁਸੀਂ ਆਪ ਮੌਜੂਦ ਹੋ ਕੇ ਜੇ ਸੁਣੋਗੇ ਜਿਹੜਾ ਤੁਹਾਡਾ ਇਹ ਡਰੀਮ ਹੈ ਮੇਕ ਇਨ ਇੰਡੀਆ ਐਂਡ ਮੇਡ ਇਨ ਇੰਡੀਆ, ਇਹ ਤਾਂ ਹੀ ਪ੍ਰਫੁੱਲਤ ਹੋ ਸਕਦੀ ਹੈ ਇੰਡਸਟਰੀ, ਉਹਨੂੰ ਜੇ ਤੁਸੀਂ ਧਿਆਨ ਦਿਓਗੇ। ਜੇ ਅਸੀਂ ਇਹੀ ਸੋਚਦੇ ਰਹੀਏ ਵੀ ਇੱਦਾਂ ਹੀ ਚੱਲਦੇ ਹੋ ਜਾਏਗਾ ਤਾਂ ਕੁਝ ਨਹੀਂ ਹੋਣਾ, ਕਿਉਂਕਿ ਸਾਡੇ ਨਾਲ ਦੀਆਂ ਛੋਟੀਆਂ ਕੰਟਰੀਜ਼ ਜਿਹੜੀਆਂ ਹੈਗੀਆਂ ਉਹ ਸਾਡੇ ਕੰਟਰੀ ਦਾ ਜਿੰਨਾ ਸ਼ੇਅਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਹੈਗਾ ਉਹ ਡੇ ਬਾਈ ਡੇ ਸਾਡਾ ਸ਼ੇਅਰ ਖਾਈ ਜਾ ਰਹੇ ਨੇ, ਔਰ ਸਾਡੇ ਜਿਹੜੇ ਹੈਗੇ ਇੱਥੇ ਇੰਡਸਟਰੀ ਉਹ ਡੇ ਬਾਈ ਡੇ ਬੰਦ ਹੋਈ ਜਾ ਰਹੀ ਹੈ। ਇਸ ਕਰਕੇ ਇਹਦੇ 'ਤੇ ਧਿਆਨ ਕਰਨਾ ਬਣਦਾ ਹੈ। ਮੈਂ ਐਜ਼ ਏ ਇੰਡਸਟਰੀਲਿਸਟ ਸਾਈਕਲ ਟ੍ਰੇਡ ਦੇ ਨਾਲ ਹੁੰਦੇ ਹੋਏ ਪ੍ਰਧਾਨ ਮੰਤਰੀ ਜੀ ਨੂੰ ਇਹ ਅਪੀਲ ਕਰਦਾ, ਜਿੰਨੀ ਜਲਦੀ ਤੋਂ ਜਲਦੀ ਤੁਸੀਂ ਇਹ ਇੱਕ ਉਪਰਾਲਾ ਸ਼ੁਰੂ ਕਰ ਲਓਗੇ
ਤੇ ਪੰਜਾਬ ਦੀ ਇੰਡਸਟਰੀ ਜਾਂ ਇੰਡੀਆ ਦੀ ਜਿਹੜਾ MSME ਸੈਕਟਰ ਹੈ ਇਹ ਬਚ ਜਾਏਗਾ ਔਰ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਥੈਂਕ ਯੂ ਸਰ। ਸੋ ਇਹ ਸੀਗੇ ਅਵਤਾਰ ਸਿੰਘ ਭੋਗਲ ਜੀ, ਜਿਨ੍ਹਾਂ ਨੇ ਆਪਣੀ ਇੱਕ ਬੜੀ ਸਾਫ਼ ਦਿਲੀ ਦੇ ਨਾਲ ਇੱਕ ਐਜ਼ ਏ ਇੰਡਸਟਰੀਲਿਸਟ ਹੋ ਕੇ ਆਪਣੀ ਭਾਵੁਕਤਾ ਦੇ ਨਾਲ ਔਰ ਇੰਡਸਟਰੀਲਾਈਜੇਸ਼ਨ ਨੂੰ ਔਰ ਕੰਟਰੀ ਦੇ ਲਈ ਆਪਣੇ ਪ੍ਰੇਮ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਬੜੀ ਅੱਛੀ ਚੀਜ਼ ਕਹੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਜਿੱਦਾਂ ਕਿ ਉਹ ਬਾਕੀ ਸਾਰੇ ਨਾਲ, ਕਿਉਂਕਿ ਮਨ ਕੀ ਬਾਤ 'ਚੋਂ ਆਮ ਜਨਤਾ ਨਾਲ ਵੀ ਕਰਦੇ ਹੈ, ਸਟੂਡੈਂਟਸ ਦੇ ਨਾਲ ਵੀ ਕਰਦੇ ਹੈ, ਸੋ ਅੱਜ ਇੰਡਸਟਰੀ ਟ੍ਰੇਡ ਜਿਹੜੀ ਕਿ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਰੈਵਨਿਊ ਜਨਰੇਟ ਕਰਦੀ ਹੈ, ਰੋਜ਼ਗਾਰ ਜਨਰੇਟ ਕਰਦੀ ਹੈ, ਸੋ ਇੰਡਸਟਰੀ ਤੇ ਟ੍ਰੇਡ ਨਾਲ ਵੀ ਮਨ ਕੀ ਬਾਤ ਕਰਨ ਦੀ ਜ਼ਰੂਰਤ ਹੈ। ਸੋ ਇਹ ਸੀ ਇੱਕ ਆਮ ਇੰਡਸਟਰੀਲਿਸਟ ਦੀ, ਇੱਕ ਉਸ ਇੰਡਸਟਰੀਲਿਸਟ ਦੀ ਘਰਾਣੇ ਦੀ ਗੱਲ ਜਿਨ੍ਹਾਂ ਨੇ ਸਾਈਕਲ ਐਂਡ ਸਾਈਕਲ ਐਕਸਪੋਰਟਸ ਔਰ ਉਹਦੇ ਜਿਹੜੀ ਮੇਕਿੰਗ ਨੂੰ ਸ਼ੁਰੂ ਕੀਤਾ। ਜੇ ਇਹੋ ਜਿਹੇ ਘਰਾਣਿਆਂ ਨੂੰ ਅੱਜ ਇਹੋ ਜਿਹੇ ਪਲੇਟਫਾਰਮ ਦੀ ਕਮੀ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਬਾਕੀ ਘਰਾਣੇ ਹੈ ਜਿਹੜੇ ਬਾਅਦ 'ਚੋਂ ਆਏ ਜਾਂ ਹੋਰ ਵੀ ਹੈਗੀ ਇੰਡਸਟਰੀ, ਉਹਨਾਂ ਦਾ ਕੀ ਹਾਲ ਹੋਏਗਾ। ਫਿਲਹਾਲ ਲੈਣੇ ਇਜਾਜ਼ਤ, ਪਰ ਇਸ ਪਲੇਟਫਾਰਮ ਨੂੰ ਜਿਹੜੀ ਮਨ ਕੀ ਬਾਤ ਇੰਡਸਟਰੀ ਕੇ ਸਾਥ ਦੇ ਵਿੱਚ ਹੋਰ ਸ਼ਖਸੀਅਤਾਂ ਨਾਲ ਵੀ ਜ਼ਰੂਰ ਰੂਬਰੂ ਹੋਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।